Attention Outlook। ਅੱਜ ਦੀ ਇਸ ਵੀਡੀਓ ਦੇ ਵਿੱਚ ਸੁਖਮਨੀ ਸਾਹਿਬ ਜੀ ਦੀ ਬਾਣੀ ਦੀ ਚੌਥੀ ਅਸ਼ਟਪਦੀ ਦੀ ਵਿਆਖਿਆ ਕਰਦੇ ਹਾਂ ਜੀ। ਸ਼ਲੋਕ ਨਿਰਗੁਣਿਆਰ ਇਆਨਿਆ ਸੋ ਪ੍ਰਭ ਸਦਾ ਸਮਾਲ, ਜਿਨ ਕੀਆ ਤਿਸ ਚੀਤ ਰਖ ਨਾਨਕ ਨਿਭਹੀ ਨਾਲ। हे ਨਿਰਗੁਣਿਆਰ ਭਾਵ ਕੇ ਗੁਣਹੀਣ ਮਨੁੱਖ, हे ਇਆਣੇ ਭਾਵ ਕੀ ਅਣਜਾਣ ਮਨੁੱਖ, ਸੋ ਪ੍ਰਭ ਸਦਾ ਸਮਾਲ, ਉਸ ਪਰਮਾਤਮਾ ਨੂੰ ਸਦਾ ਆਪਣੇ ਹਿਰਦੇ ਦੇ ਵਿੱਚ ਸੰਭਾਲ ਕੇ ਰੱਖ, ਸਦਾ ਯਾਦ ਰੱਖ। ਜਿਨ ਕੀਆ, ਜਿਸ ਨੇ ਤੈਨੂੰ ਪੈਦਾ ਕੀਤਾ ਹੈ, ਤਿਸ ਚੀਤ ਰੱਖ, ਉਹਨੂੰ ਆਪਣੇ ਚਿੱਤ ਦੇ ਵਿੱਚ ਪਰੋ ਕੇ ਰੱਖ। ਨਾਨਕ ਨਿਭਹੀ ਨਾਲ, हे ਨਾਨਕ ਉਹ ਪਰਮਾਤਮਾ ਹੀ ਹੈ ਜੋ ਸਦਾ ਤੇਰੇ ਨਾਲ ਨਿਭੇਗਾ, ਜੋ ਕਦੇ ਵੀ ਤੇਰਾ ਸਾਥ ਨਹੀਂ ਛੱਡੇਗਾ। ਅਸ਼ਟਪਦੀ ਰਮਈਆ ਕੇ ਗੁਣ ਚੇਤ ਪਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਸਾਨੂੰ ਜੀਵਾਂ ਨੂੰ, ਸਾਨੂੰ ਮਨੁੱਖਾਂ ਨੂੰ ਹਦਾਇਤ ਕਰਦੇ ਹੋਏ ਗੁਰੂ ਜੀ ਕਹਿੰਦੇ ਨੇ ਕਿ हे ਜੀਵ, ਉਸ ਸੋਹਣੇ ਰਾਮ ਦੇ ਗੁਣ ਯਾਦ ਕਰ। ਵੇਖ ਉਹਨੇ ਕਿਸ ਮੁੱਢ ਤੋਂ ਤੈਨੂੰ ਕਿਹਾ ਸੋਹਣਾ ਬਣਾ ਕੇ ਵਿਖਾਇਆ ਹੈ। ਕਿਸੇ ਵੀ ਜੀਵ ਦਾ ਜੇਕਰ ਅਸੀਂ ਮੁੱਢ ਦੇਖੀਏ ਤਾਂ ਉਹ ਕੁਝ ਵੀ ਨਹੀਂ ਹੁੰਦਾ। ਜਦੋਂ ਭਰੂਣ ਹੁੰਦਾ ਹੈ ਜਾਂ ਭਰੂਣ ਤੋਂ ਪਹਿਲੇ ਦੀ ਵੀ ਜੋ ਅਵਸਥਾ ਹੈ, ਅੱਜ ਕੱਲ੍ਹ ਤੇ ਚਲੋ ਟੈਕਨੋਲੋਜੀ ਨੇ ਤਰੱਕੀ ਕਰ ਲਈ ਹੈ, ਸਕੈਨ ਹੋ ਜਾਂਦੇ ਨੇ। ਪ੍ਰੈਗਨੈਂਸੀ ਦੇ ਬੜੇ ਹੀ ਮੁੱਢਲੇ ਸਮੇਂ ਤੋਂ ਅਸੀਂ ਵੇਖ ਪਾਉਂਦੇ ਹਾਂ ਕਿ ਭਰੂਣ ਜਾਂ ਉਸ ਤੋਂ ਵੀ ਪਹਿਲੇ ਦੀ ਅਵਸਥਾ ਕਿਸ ਤਰ੍ਹਾਂ ਦੀ ਹੈ। ਤੇ ਜੇਕਰ ਤੁਸੀਂ ਕਦੇ ਕੋਈ ਇਸ ਪ੍ਰਕਾਰ ਦਾ ਸਕੈਨ ਵੇਖਿਆ ਹੋਵੇ ਤੇ ਯਾਦ ਕਰ ਸਕਦੇ ਹੋ ਕਿ ਇੱਕ ਦਾਣਾ ਜਿਹਾ ਹੀ ਹੁੰਦਾ ਹੈ, ਜਿਵੇਂ ਕਿਸੇ ਅਨਾਜ ਦਾ ਦਾਣਾ ਹੋਵੇ। ਉਹ ਸਾਡਾ ਮੁੱਢ ਹੈ, ਉਹ ਸਾਡਾ ਮੂਲ ਹੈ। ਉਸ ਮੂਲ ਤੋਂ ਇੱਕ ਸਾਵਤ ਸੂਰਤ ਇਨਸਾਨ ਬਣ ਕੇ ਮਾਂ ਦੀ ਕੁੱਖ ਦੇ ਵਿੱਚੋਂ ਬਾਹਰ ਨਿਕਲਦਾ ਹੈ। ਕਿਸ ਪ੍ਰਕਾਰ ਉਸ ਨੂੰ ਰੂਪ ਮਿਲਦਾ ਹੈ, ਕਿਸ ਪ੍ਰਕਾਰ ਉਹਦੇ ਸਰੀਰ ਦੇ ਸਾਰੇ ਅੰਗ ਆਪੋ ਆਪਣੀ ਥਾਂ 'ਤੇ ਤਿਆਰ ਹੋ ਜਾਂਦੇ ਨੇ। ਕੀ ਸੋਹਣੀ ਕਰਾਮਾਤ ਹੈ ਉਸ ਪਰਮਾਤਮਾ ਦੀ। ਉਸੇ ਗੱਲ ਦਾ ਹੀ ਜ਼ਿਕਰ ਗੁਰੂ ਜੀ ਇਹਨਾਂ ਪੰਕਤੀਆਂ ਦੇ ਵਿੱਚ ਕਰ ਰਹੇ ਨੇ ਕਿ ਰਮਈਆ ਕੇ ਗੁਣ ਚੇਤ ਪਰਾਨੀ, ਕਿ ਉਸ ਸੋਹਣੇ ਰਾਮ ਦੇ ਗੁਣ ਯਾਦ ਕਰ। ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਕਿੱਥੋਂ ਤੇਰਾ ਮੁੱਢ ਸੀ ਤੇ ਕੀ ਤੈਨੂੰ ਉਸ ਪਰਮਾਤਮਾ ਨੇ ਬਣਾ ਦਿੱਤਾ ਹੈ। ਇਨਸਾਨ ਆਪਣੇ ਆਪ ਨੂੰ ਬਹੁਤ ਵੱਡਾ ਸਮਝਣ ਲੱਗ ਗਿਆ ਹੈ, ਪਰ ਮੇਰਾ ਖਿਆਲ ਹੈ ਕਿ ਜੇਕਰ ਉਹਨੂੰ ਸਰੀਰ ਦੇ ਸਾਰੇ ਅੰਗ ਇੱਕ ਇੱਕ ਕਰਕੇ ਦੇ ਵੀ ਦਿੱਤੇ ਜਾਣ ਤਾਂ ਵੀ ਉਹਨਾਂ ਨੂੰ ਅਸੈਂਬਲ ਕਰਕੇ, ਉਹਨਾਂ ਨੂੰ ਜੋੜ ਕੇ ਉਹ ਇਨਸਾਨ ਤਿਆਰ ਨਹੀਂ ਕਰ ਪਾਏਗਾ। ਭਾਵੇਂ ਕਿ ਸਾਨੂੰ ਪਤਾ ਹੈ ਕਿ ਕਿਹੜਾ ਅੰਗ ਕਿੱਥੇ ਲੱਗਣਾ ਹੈ, ਕਿਵੇਂ ਜੁੜਨਾ ਹੈ, ਪਰ ਫਿਰ ਵੀ ਅਸੀਂ ਕੱਲੇ ਕੱਲੇ ਅੰਗਾਂ ਤੋਂ ਉਹ ਇਨਸਾਨ ਤਿਆਰ ਨਹੀਂ ਕਰ ਪਾਵਾਂਗੇ। ਇਹ ਕਰਾਮਾਤ ਉਸ ਪਰਮਾਤਮਾ ਦੀ ਹੀ ਹੈ ਜੋ ਅਨਾਜ ਦੇ ਦਾਣੇ ਜਿੰਨੇ ਭਰੂਣ ਤੋਂ ਇੱਕ ਸਾਵਤ ਸੂਰਤ ਬੱਚਾ ਬਣਾ ਦਿੰਦਾ ਹੈ। ਤੇ ਗੱਲ ਉੱਥੇ ਹੀ ਬਸ ਨਹੀਂ ਹੁੰਦੀ। ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮਹਿ ਜਿਨੈ ਉਬਾਰਿਆ। ਜਿਸ ਪਰਮਾਤਮਾ ਨੇ ਤੈਨੂੰ ਬਣਾ ਸਵਾਰ ਕੇ ਸੋਹਣਾ ਕੀਤਾ ਹੈ, ਪੇਟ ਦੀ ਅੱਗ ਦੇ ਵਿੱਚ ਵੀ ਤੈਨੂੰ ਬਚਾਇਆ ਹੈ। ਅੰਦਰ ਬਹੁਤ ਜ਼ਿਆਦਾ ਗਰਮੀ, ਬਹੁਤ ਜ਼ਿਆਦਾ ਤਪਸ਼ ਹੁੰਦੀ ਹੈ, ਜਿਸ ਦੇ ਵਿੱਚ ਕਿ ਬੱਚਾ ਪਲ ਰਿਹਾ ਹੁੰਦਾ ਹੈ। ਪਰ ਉਸ ਅਗਨੀ ਦੇ ਵਿੱਚ ਵੀ ਪਰਮਾਤਮਾ ਹੀ ਹੈ ਜੋ ਉਸ ਬੱਚੇ ਨੂੰ ਬਚਾ ਕੇ ਰੱਖਦਾ ਹੈ। ਉਹਨੂੰ ਬਚਾਉਣ ਦੇ ਲਈ ਉਹਦੇ ਆਲੇ ਦੁਆਲੇ ਇੱਕ ਕਵਚ ਤਿਆਰ ਕੀਤਾ ਹੋਇਆ ਹੈ। ਮਾਂ ਦੀ ਕੁੱਖ ਦਾ ਜੋ ਤਾਪਮਾਨ ਹੈ, ਓਨੇ ਤਾਪਮਾਨ ਦੇ ਸੰਪਰਕ ਦੇ ਵਿੱਚ ਜੇਕਰ ਅਸੀਂ ਆਮ ਤੌਰ 'ਤੇ ਆ ਜਾਈਏ ਤਾਂ ਸਾਨੂੰ ਤਪਸ਼ ਮਹਿਸੂਸ ਹੁੰਦੀ ਹੈ, ਪਰ ਜਦ ਬੱਚਾ ਅੰਦਰ ਹੈ ਉਹਨੂੰ ਨਹੀਂ ਹੁੰਦੀ। ਉਹਦੇ ਆਲੇ ਦੁਆਲੇ ਪਰਮਾਤਮਾ ਨੇ ਸੋਚ ਸਮਝ ਕੇ ਇੱਕ ਕਵਚ ਬਣਾਇਆ ਹੈ। ਗੁਰਬਾਣੀ ਦਾ ਇੱਕ ਬਹੁਤ ਵੱਡਾ ਮਕਸਦ ਹੈ ਕਿ ਅਸੀਂ ਪਰਮਾਤਮਾ ਦੀਆਂ ਇਹਨਾਂ ਵਡਿਆਈਆਂ ਨੂੰ, ਇਹਨਾਂ ਕਰਾਮਾਤਾਂ ਨੂੰ ਸਮਝੀਏ ਤੇ ਉਹਦਾ ਗੁਣਗਾਨ ਕਰੀਏ, ਹੈਰਾਨ ਹੋਈਏ ਇਹਨਾਂ ਕਰਾਮਾਤਾਂ ਤੇ,
ਇਹ ਸੋਚ ਕੇ ਤੇ ਉਸ ਪ੍ਰਮਾਤਮਾ ਨੂੰ ਪਿਆਰ ਕਰੀਏ ਜਿਨ੍ਹਾਂ ਸਾਨੂੰ ਇੱਕ ਅਨਾਜ ਦੇ ਦਾਣੇ ਤੋਂ ਸਾਬਤ ਸੂਰਤ ਬੱਚਾ ਬਣਾ ਲਿਆ, ਸਾਨੂੰ ਸਾਜ ਸਵਾਰ ਕੇ ਸੋਹਣਾ ਬਣਾ ਦਿੱਤਾ, ਗਰਭ ਦੀ ਅਗਨੀ ਦੇ ਵਿੱਚ ਵੀ ਸਾਡੀ ਰੱਖਿਆ ਕੀਤੀ। ਤੇ ਅੱਗੇ ਬਾਰ ਵਿਵਸਥਾ ਤੁਝੈ ਪਿਆਰਾ ਦੂਧ, ਜਦ ਬੱਚਾ ਪੈਦਾ ਹੋ ਗਿਆ ਉਹ ਬਹੁਤਾ ਕੁਝ ਨਹੀਂ ਖਾ ਸਕਦਾ, ਉਹਦਾ ਪ੍ਰਬੰਧ ਵੀ ਪ੍ਰਮਾਤਮਾ ਨੇ ਕੀਤਾ ਕਿ ਮਾਂ ਨੂੰ ਦੁੱਧ ਦੀ ਦਾਤ ਬਖਸ਼ੀ ਜਿਸ ਤੋਂ ਕਿ ਬੱਚਾ ਦੁੱਧ ਪੀ ਸਕੇ। ਜਦ ਬੱਚਾ ਜਨਮ ਲੈਂਦਾ ਹੈ ਬਿਲਕੁਲ ਅਣਜਾਣ ਹੁੰਦਾ ਹੈ, ਪਰ ਫਿਰ ਵੀ ਉਹਨੂੰ ਪਤਾ ਹੈ ਕਿ ਦੁੱਧ ਕਿਵੇਂ ਹਾਸਲ ਕਰਨਾ ਹੈ। ਇੰਨੀ ਕੁ ਸੋਝੀ ਉਸ ਪ੍ਰਮਾਤਮਾ ਨੇ ਉਸ ਛੋਟੇ ਜਿਹੇ ਬੱਚੇ 'ਚ ਵੀ ਪਾ ਕੇ ਭੇਜੀ ਹੈ। ਬਾਰ ਵਿਵਸਥਾ ਤੁਝੇ ਪਿਆਰਾ ਦੂਧ, ਪਿਆਰਾ ਤੋਂ ਭਾਵ ਕਿ ਪਿਆਉਣਾ, ਕਿ ਉਹ ਪ੍ਰਮਾਤਮਾ ਬਾਲ ਅਵਸਥਾ ਦੇ ਵਿੱਚ ਤੈਨੂੰ ਦੁੱਧ ਪਿਆਉਂਦਾ ਹੈ। ਭਰ ਜੋਬਨ ਭੋਜਨ ਸੁਖ ਸੂਧ, ਤੇ ਜਦੋਂ ਤੂੰ ਵੱਡਾ ਹੋ ਜਾਂਦਾ ਹੈ, ਭਰ ਜਵਾਨੀ ਦੇ ਵਿੱਚ ਆ ਜਾਂਦਾ ਹੈ, ਤਾਂ ਤੈਨੂੰ ਭੋਜਨ ਅਤੇ ਸੁੱਖਾਂ ਦੀ ਸੂਝ ਬਖਸ਼ਦਾ ਹੈ। ਬਿਰਧ ਭਇਆ ਉਪਰ ਸਾਕ ਸੈਨ, ਮੁਖ ਅਪਿਆਓ ਬੈਠ ਕਉਦੈ। ਜਦੋਂ ਤੂੰ ਬੁੱਢਾ ਹੋ ਜਾਂਦਾ ਹੈ ਤਾਂ ਤੇਰੀ ਸੇਵਾ ਕਰਨ ਦੇ ਲਈ ਤੇਰੇ ਆਲੇ ਦੁਆਲੇ ਸਾਕ ਸੰਬੰਧੀ ਹੁੰਦੇ ਨੇ, ਸੱਜਣ ਹੁੰਦੇ ਨੇ, ਜੋ ਤੇਰੇ ਬੈਠੇ ਹੋਏ ਦੇ ਮੂੰਹ ਵਿੱਚ ਚੰਗੇ ਭੋਜਨ ਪਾਉਂਦੇ ਨੇ। ਇਹ ਨਿਰਗੁਣ ਗੁਣ ਕਛੂ ਨਾ ਬੂਝੈ, ਬਖਸ਼ ਲੇਹੋ ਤਉ ਨਾਨਕ ਸੀਚੈ। ਪਰ ਫਿਰ ਵੀ ਇਹ ਗੁਣਹੀਣ ਜੀਵ ਤੇਰਾ ਕੋਈ ਉਪਕਾਰ ਨਹੀਂ ਸਮਝਦਾ, ਇਹ ਆਪਣੇ ਆਪ ਨੂੰ ਹੀ ਵੱਡਾ ਸਮਝਣ ਲੱਗ ਜਾਂਦਾ ਹੈ। ਹੇ ਨਾਨਕ, ਇਹ ਆਖ ਕੇ ਹੇ ਪ੍ਰਮਾਤਮਾ, ਜੇ ਤੂੰ ਆਪ ਮਿਹਰ ਕਰੇ, ਜੇ ਤੂੰ ਆਪ ਬਖਸ਼ ਲਵੇਂ ਤਾਂ ਹੀ ਜੀਵਨ ਮਨੋਰਥ ਸਫਲ ਹੁੰਦਾ ਹੈ। ਬਖਸ਼ ਲੇਹੋ ਤਉ ਸੀਚੈ। ਜਿਹ ਪ੍ਰਸਾਦ ਧਰ ਉਪਰ ਸੁਖ ਵਸੈ, ਸੁਤ ਭਰਾਤ ਮੀਤ ਬਨਤਾ ਸੰਗ ਹਸੈ। ਕਿ ਜਿਸ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੂੰ ਧਰਤੀ ਦੇ ਉੱਪਰ ਸੁਖੀ ਵਸਦਾ ਹੈ। ਧਰ ਤੋਂ ਭਾਵ ਧਰਤੀ, ਆਪਣੇ ਪੁੱਤਰ, ਭਰਾ, ਮਿੱਤਰ ਅਤੇ ਇਸਤਰੀ ਦੇ ਸੰਗ ਹੱਸਦਾ ਖੇਡਦਾ ਹੈ। ਜਿਹ ਪ੍ਰਸਾਦ ਪੀਵੈ ਸ਼ੀਤਲ ਜਲਾ, ਜਿਸ ਪ੍ਰਮਾਤਮਾ ਦੀ ਮਿਹਰ ਦੇ ਨਾਲ ਤੂੰ ਠੰਡਾ ਪਾਣੀ ਪੀਂਦਾ ਹੈ। ਸੁਖਦਾਈ ਪਵਨ ਪਾਵਕ ਅਮੁੱਲਾ, ਸੁੱਖ ਦੇਣ ਵਾਲੀ ਹਵਾ ਤੇ ਅਮੋਲਕ ਅੱਗ ਵਰਤਦਾ ਹੈ। ਜਿਹ ਪ੍ਰਸਾਦ ਭੋਗੈ ਸਭ ਰਸਾ, ਜਿਸ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੂੰ ਸਾਰੇ ਰਸ ਭੋਗਦਾ ਹੈ। ਸਗਲ ਸਮੱਗਰੀ ਸੰਗ ਸਾਥ ਵਸਾ, ਸਾਰੇ ਪਦਾਰਥਾਂ ਦੇ ਨਾਲ ਵਸਦਾ ਹੈ, ਭਾਵ ਕਿ ਇੰਨੇ ਸਾਰੇ ਪਦਾਰਥ ਹਨ ਤੇਰੇ ਕੋਲ ਵਰਤਣ ਦੇ ਲਈ। ਦੀਨੇ ਹਸਤ ਪਾਵ ਕਰਨ ਨੇਤਰ ਰਸਨਾ, ਜਿਸ ਪ੍ਰਮਾਤਮਾ ਨੇ ਤੈਨੂੰ ਹੱਥ, ਪੈਰ, ਕੰਨ, ਅੱਖਾਂ ਅਤੇ ਜੀਭ ਬਖਸ਼ੀ ਹੈ। ਤਿਸੈ ਤਿਆਗ ਅਵਰ ਸੰਗ ਰਚਨਾ, ਤੇ ਤੂੰ ਉਸ ਪ੍ਰਮਾਤਮਾ ਨੂੰ ਹੀ ਤਿਆਗ ਕੇ, ਉਹਨੂੰ ਹੀ ਵਿਸਾਰ ਕੇ ਹੋਰਨਾਂ ਦੇ ਨਾਲ ਮਗਨ ਹੈ। ਐਸੇ ਦੋਖ ਮੂੜ ਅੰਧ ਵਿਆਪੀ, ਮੂਰਖ ਅਤੇ ਅੰਨੇ ਮਨੁੱਖ ਨੇ ਅਜਿਹੇ ਦੁੱਖ ਆਪਣੀ ਜ਼ਿੰਦਗੀ ਦੇ ਵਿੱਚ ਸਹੇੜ ਰੱਖੇ ਨੇ, ਅਜਿਹੇ ਔਗਣਾਂ ਦੇ ਵਿੱਚ ਆਪਣੇ ਆਪ ਨੂੰ ਫਸਾ ਰੱਖਿਆ ਹੈ। ਨਾਨਕ ਕਾਢ ਲਿਹੋ ਪ੍ਰਭ ਆਪੇ। ਹੇ ਨਾਨਕ, ਇਹ ਪ੍ਰਮਾਤਮਾ ਦੇ ਅੱਗੇ ਅਰਦਾਸ ਕਰ ਕਿ ਹੇ ਪ੍ਰਮਾਤਮਾ, ਤੂੰ ਇਹਨਾਂ ਔਗਣਾਂ ਦੇ ਵਿੱਚੋਂ ਇਸ ਜੀਵ ਨੂੰ ਆਪ ਹੀ ਕੱਢ ਲੈ। ਆਦ ਅੰਤ ਜੋ ਰਾਖਨਹਾਰ, ਤਿਸ ਸਿਓ ਪ੍ਰੀਤ ਨਾ ਕਰੈ ਗਵਾਰ। ਜੋ ਪ੍ਰਮਾਤਮਾ ਸਾਨੂੰ ਜਨਮ ਤੋਂ ਲੈ ਕੇ ਮਰਨ ਦੇ ਸਮੇਂ ਤੱਕ ਰਾਖੀ ਕਰਦਾ ਹੈ, ਸਾਡੀ ਰੱਖਿਆ ਕਰਦਾ ਹੈ, ਅਸੀਂ ਮੂਰਖ ਮਨੁੱਖ ਉਸ ਪ੍ਰਮਾਤਮਾ ਦੇ ਨਾਲ ਆਪਣੀ ਪ੍ਰੀਤ ਨਹੀਂ ਜੋੜਦੇ, ਉਹਦੇ ਨਾਲ ਆਪਣਾ ਪਿਆਰ ਨਹੀਂ ਪਾਉਂਦੇ। ਜਾ ਕੀ ਸੇਵਾ ਨਵ ਨਿਧ ਪਾਵੈ, ਤਾਸਿਓ ਮੂੜਾ ਮਨ ਨਹੀਂ ਲਾਵੈ। ਜਿਸ ਦੀ ਸੇਵਾ ਕੀਤਿਆਂ ਇਸ ਸ੍ਰਿਸ਼ਟੀ ਦੇ 9 ਖਜ਼ਾਨੇ ਮਿਲ ਜਾਂਦੇ ਨੇ, ਇਹ ਮੂਰਖ ਜੀਵ ਉਸ ਪ੍ਰਭੂ ਦੇ ਨਾਲ ਚਿੱਤ ਨਹੀਂ ਜੋੜਦਾ। ਜੋ ਠਾਕੁਰ ਸਦ ਸਦਾ ਹਜੂਰੇ, ਤਾਕੋ ਅੰਧਾ ਜਾਨਤ ਦੂਰੇ। ਜਿਹੜਾ ਮਾਲਕ ਪ੍ਰਮਾਤਮਾ ਸਦਾ ਹੀ ਸਾਡੇ ਅੰਗ ਸੰਗ ਹੈ, ਇਹ ਅੰਨਾ ਮਨੁੱਖ ਉਹਨੂੰ ਦੂਰ ਸਮਝਦਾ ਹੈ।
ਜਦੋਂ ਕਦੇ ਵੀ ਉਸ ਪਰਮਾਤਮਾ ਦੇ ਅੱਗੇ ਅਰਦਾਸ ਕਰਨ ਦੀ ਗੱਲ ਆਉਂਦੀ ਹੈ, ਬੇਸ਼ੱਕ ਅਸੀਂ ਤੁਰੇ ਜਾਂਦਿਆਂ ਨੇ ਕੋਈ ਸ਼ੁਕਰਾਨਾ ਹੀ ਕਰਨਾ ਹੋਵੇ ਜਾਂ ਛੋਟੀ ਜਿਹੀ ਕੋਈ ਅਰਦਾਸ ਬੇਨਤੀ ਹੀ ਕਰਨੀ ਹੋਵੇ, ਤਾਂ ਅਸੀਂ ਉੱਪਰ ਵੱਲ ਨੂੰ ਵੇਖਣ ਲੱਗਦੇ ਹਾਂ, ਕਿਉਂਕਿ ਸਾਨੂੰ ਲੱਗਦਾ ਹੈ ਕਿ ਉਹ ਪਰਮਾਤਮਾ ਉੱਪਰ ਆਸਮਾਨ ਦੇ ਵਿੱਚ ਕਿਤੇ ਵਸਦਾ ਹੈ। ਪਰ ਨਹੀਂ, ਉਹ ਇੰਨੀ ਦੂਰ ਨਹੀਂ ਵਸਦਾ। ਅਸੀਂ ਅੰਨੇ ਹਾਂ, ਇਸ ਕਰਕੇ ਅਸੀਂ ਉਹਨੂੰ ਦੂਰ ਸਮਝਦੇ ਹਾਂ। ਉਹ ਤੇ ਸਾਡੇ ਅੰਗ ਸੰਗ ਹੀ ਵਸਦਾ ਹੈ, ਉਹ ਤੇ ਸਾਡੇ ਅੰਦਰ ਵੀ ਵਸਦਾ ਹੈ। ਜਾ ਕੀ ਟਹਿਲ ਪਾਵੈ ਦਰਗਹਿ ਮਾਨ, ਤਿਸੈ ਵਿਸਾਰੈ ਮੁਗਧ ਅਜਾਨ। ਮੂਰਖ ਤੇ ਅਣਜਾਣ ਜੀਵ ਉਸ ਪ੍ਰਭੂ ਨੂੰ ਵਿਸਾਰ ਬੈਠਦਾ ਹੈ, ਜਿਸ ਦੀ ਟਹਿਲ ਕੀਤਿਆਂ ਉਹਦੀ ਦਰਗਾਹ ਤੇ ਆਦਰ ਮਿਲਦਾ ਹੈ। ਸਦਾ ਸਦਾ ਇਹ ਭੁੱਲਣਹਾਰ, ਇਹ ਜੀਵ ਜੋ ਹੈ ਸਦਾ ਹੀ ਭੁੱਲਣਹਾਰ ਹੈ, ਭੁੱਲਾਂ ਕਰਦਾ ਰਹਿੰਦਾ ਹੈ। ਨਾਨਕ ਰਾਖਣਹਾਰ ਅਪਾਰ, ਪਰ ਉਹ ਰੱਖਿਆ ਕਰਨ ਵਾਲਾ ਪ੍ਰਮਾਤਮਾ ਬੇਅੰਤ ਹੈ। ਇਹਦੀਆਂ ਭੁੱਲਾਂ ਨੂੰ ਬਖਸ਼ ਕੇ ਇਹਦੀ ਫੇਰ ਵੀ ਸਦਾ ਹੀ ਰੱਖਿਆ ਕਰਦਾ ਹੈ। ਰਤਨ ਤਿਆਗ ਕੌਡੀ ਸੰਗ ਰਚੈ, ਸਾਚ ਛੋੜ ਝੂਠ ਸੰਗ ਮਚੈ। ਪਰਮਾਤਮਾ ਦਾ ਨਾਮ ਇੱਕ ਰਤਨ ਹੈ ਤੇ ਮਾਇਆ ਇੱਕ ਕੌਡੀ ਹੈ, ਪਰ ਅਸੀਂ ਪਰਮਾਤਮਾ ਦੇ ਨਾਮ ਨੂੰ ਛੱਡ ਕੇ ਮਾਇਆ ਦੇ ਨਾਲ ਹੀ ਖੁਸ਼ ਰਹਿੰਦੇ ਹਾਂ। ਭਾਵ ਕਿ ਰਤਨ ਤਿਆਗ ਕੇ ਕੌਡੀ ਸੰਗ ਰਚੇ ਰਹਿੰਦੇ ਹਾਂ। ਸਾਚ ਛੋੜ ਝੂਠ ਸੰਗ ਮਚੈ। ਉਹ ਪਰਮਾਤਮਾ ਜਿਹੜਾ ਕਿ ਸੱਚ ਹੈ, ਜਿਹੜਾ ਸਦਾ ਹੀ ਬਣਿਆ ਰਹਿਣ ਵਾਲਾ ਹੈ, ਉਹਨੂੰ ਛੱਡ ਕੇ ਨਾਸ਼ਵੰਤ ਪਦਾਰਥਾਂ ਦੇ ਨਾਲ ਆਪਣਾ ਮੋਹ ਪਾਈ ਰੱਖਦੇ ਹਾਂ, ਜਿਹੜੇ ਕਿ ਝੂਠੇ ਨੇ, ਭਾਵ ਕਿ ਇੱਕ ਦਿਨ ਖਤਮ ਹੋ ਜਾਣੇ ਨੇ। ਜੋ ਛੱਡਣਾ ਸੋ ਅਸਥਿਰ ਕਰ ਮਨ ਹੈ। ਮਾਇਆ ਜਿਹੜੀ ਕਿ ਅਸੀਂ ਛੱਡ ਜਾਣੀ ਹੈ, ਉਹਨੂੰ ਤੇ ਅਸੀਂ ਅਟੱਲ ਸਮਝਦੇ ਹਾਂ, ਅਸਥਿਰ ਸਮਝਦੇ ਹਾਂ ਕਿ ਉਹ ਸਦਾ ਹੀ ਕਾਇਮ ਰਹਿਣ ਵਾਲੀ ਹੈ। ਜੋ ਹੋਵਨ ਸੋ ਦੂਰ ਪ੍ਰੰਨ ਹੈ, ਤੇ ਜਿਹੜਾ ਹੋਣਾ ਹੀ ਹੋਣਾ ਹੈ, ਜਿਹਦਾ ਹੋਣਾ ਨਿਸ਼ਚਿਤ ਹੈ, ਭਾਵ ਕਿ ਮੌਤ ਜੋ ਜ਼ਰੂਰ ਵਾਪਰਨੀ ਹੈ, ਉਹਨੂੰ ਅਸੀਂ ਕਿਤੇ ਦੂਰ ਬੈਠੀ ਖਿਆਲ ਕਰਦੇ ਹਾਂ। ਛੋੜ ਜਾਏ ਤਿਸ ਕਾ ਸ਼ਰਮ ਕਰੈ, ਸੰਗ ਸਹਾਈ ਤਿਸ ਪਰ ਹਰੈ। ਜੋ ਧਨ ਪਦਾਰਥ ਛੱਡ ਜਾਣੇ ਨੇ, ਉਹਨਾਂ ਦੀ ਖਾਤਰ ਅਸੀਂ ਮਿਹਨਤ ਕਰਦੇ ਹਾਂ, ਖੇਚਲ ਕਰਦੇ ਹਾਂ। ਤੇ ਜਿਹੜਾ ਪ੍ਰਮਾਤਮਾ ਸਦਾ ਸਾਡੇ ਨਾਲ ਹੈ, ਅੰਤ ਵੇਲੇ ਤੱਕ ਸਾਡੇ ਨਾਲ ਰਹਿਣਾ ਹੈ, ਉਹਨੂੰ ਅਸੀਂ ਵਿਸਾਰ ਬੈਠਦੇ ਹਾਂ। ਚੰਦਨ ਲੇਪ ਉਤਾਰੈ ਧੋਏ, ਗਰਦਬ ਪ੍ਰੀਤ ਭਸਮ ਸੰਗ ਹੋਏ। ਇੱਥੇ ਗੁਰੂ ਜੀ ਨੇ ਮਨੁੱਖ ਦੀ ਤੁਲਨਾ ਇੱਕ ਗਧੇ ਦੇ ਨਾਲ ਕੀਤੀ ਹੈ। ਗਰਦਬ ਤੋਂ ਭਾਵ ਗਧਾ, ਗਰਦਬ ਪ੍ਰੀਤ ਭਸਮ ਸੰਗ ਹੋਏ, ਕਿ ਜੋ ਗਧਾ ਹੈ ਉਹਦਾ ਪ੍ਰੇਮ, ਉਹਦਾ ਪਿਆਰ ਸੁਆਹ ਨਾਲ ਹੀ ਹੁੰਦਾ ਹੈ। ਜੇ ਉਹਦੇ ਤੇ ਚੰਦਨ ਦਾ ਲੇਪ ਲਗਾ ਦਿੱਤਾ ਜਾਵੇ ਤਾਂ ਉਹਨੂੰ ਉਹ ਉਤਾਰ ਦਿੰਦਾ ਹੈ, ਧੋ ਕੇ ਲਾ ਦਿੰਦਾ ਹੈ। ਚੰਦਨ ਲੇਪ ਉਤਾਰੈ ਧੋਏ। ਚੰਦਨ ਸੁਆਹ ਦੇ ਮੁਕਾਬਲੇ 'ਚ ਉੱਤਮ ਹੈ, ਚੰਗੀ ਗਿਣੀ ਜਾਂਦੀ ਹੈ, ਪਰ ਗਧੇ ਨੂੰ ਇਸ ਗੱਲ ਦਾ ਗਿਆਨ ਨਹੀਂ। ਉਸੇ ਤਰ੍ਹਾਂ ਹੀ ਪ੍ਰਮਾਤਮਾ ਦਾ ਨਾਮ ਉੱਤਮ ਹੈ ਮਾਇਆ ਰੂਪੀ ਸੁਆਹ ਦੇ ਨਾਲੋਂ, ਪਰ ਆਮ ਤੌਰ ਤੇ ਮਨੁੱਖ ਨੂੰ ਇਸ ਗੱਲ ਦਾ ਗਿਆਨ ਨਹੀਂ ਹੁੰਦਾ। ਇਸੇ ਲਈ ਹੀ ਉਹ ਚੰਦਨ ਰੂਪ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਨੇੜੇ ਨਹੀਂ ਟੁਕਣ ਦਿੰਦਾ ਤੇ ਸੁਆਹ ਰੂਪ ਮਾਇਆ ਨੂੰ ਜੱਫੀਆਂ ਪਾ ਕੇ ਰੱਖਦਾ ਹੈ। ਅੰਧਕੂਪ ਮਹਿ ਪਤਿਤ ਵਿਕਰਾਲ, ਨਾਨਕ ਕਾਢ ਲਿਹੋ ਪ੍ਰਭ ਦਿਆਲ। ਜੀਵ ਮਾਇਆ ਦੇ ਹਨੇਰੇ ਅਤੇ ਭਿਆਨਕ ਖੂਹ ਦੇ ਵਿੱਚ ਡਿੱਗੇ ਹੋਏ ਨੇ। ਹੇ ਨਾਨਕ, ਅਰਦਾਸ ਕਰ ਤੇ ਆਖ ਕਿ ਹੇ ਦਿਆਲ ਪ੍ਰਭੂ, ਇਸ ਖੂਹ ਦੇ ਵਿੱਚੋਂ ਇਹਨਾਂ ਜੀਵਾਂ ਨੂੰ ਕੱਢ ਲੈ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ। ਜਾਤ ਮਨੁੱਖ ਦੀ ਹੈ, ਭਾਵ ਕਿ ਮਨੁੱਖ ਸ਼੍ਰੇਣੀ ਦੇ ਵਿੱਚ ਜੰਮਿਆ ਹੈ, ਪਰ ਕੰਮ ਪਸ਼ੂਆਂ ਵਾਲੇ ਹਨ। ਦਿਨ ਰਾਤ ਲੋਕ ਵਿਖਾਵਾ ਕਰ ਰਿਹਾ ਹੈ, ਵੱਖ-ਵੱਖ ਤਰੀਕਿਆਂ ਦੇ ਨਾਲ, ਵੱਖ-ਵੱਖ ਕੰਮਾਂ ਦੇ ਨਾਲ।
ਬਾਹਰ ਭੇਖ ਅੰਤਰ ਮਲ ਮਾਇਆ। ਬਾਹਰ ਸਰੀਰ ਦੇ ਉੱਪਰ ਧਾਰਮਿਕ ਪੁਸ਼ਾਕ ਹੈ, ਪਰ ਮਨ ਦੇ ਵਿੱਚ ਮਾਇਆ ਦੀ ਮੈਲ ਹੈ। ਧਾਰਮਿਕ ਭੇਖ ਰਚ ਕੇ ਦੂਜਿਆਂ ਨੂੰ ਲੁੱਟਣ ਦਾ ਮਨਸੂਬਾ ਹੈ। ਸ਼ਪਸ਼ ਨਾਹੀਂ ਕਛ ਕਰੈ ਛਪਾਇਆ। ਪਰ ਇਸ ਮਨ ਦੀ ਮੈਲ ਨੂੰ ਬਾਹਰੀ ਭੇਖ ਦੇ ਨਾਲ ਛੁਪਾਉਣ ਦੀ ਕਿੰਨੀ ਵੀ ਕੋਸ਼ਿਸ਼ ਕਰ ਲਵੇ, ਇਹਨੂੰ ਛੁਪਾ ਨਹੀਂ ਸਕਦਾ। ਬਾਹਰ ਗਿਆਨ ਧਿਆਨ ਇਸ਼ਨਾਨ। ਬਾਹਰ ਵਿਖਾਵੇ ਵਾਸਤੇ ਤੀਰਥ ਇਸ਼ਨਾਨ ਵੀ ਕਰਦਾ ਹੈ, ਗਿਆਨ ਦੀਆਂ ਗੱਲਾਂ ਵੀ ਕਰਦਾ ਹੈ, ਸਮਾਧੀਆਂ ਵੀ ਲਾਉਂਦਾ ਹੈ। ਅੰਤਰ ਵਿਆਪੈ ਲੋਭ ਸੁਆਨ। ਪਰ ਅੰਦਰ ਲਾਲਚ ਦਾ, ਲੋਭ ਦਾ ਕੁੱਤਾ ਜ਼ੋਰ ਪਾ ਰਿਹਾ ਹੈ। ਕਿੰਨੀਆਂ ਧਾਰਮਿਕ ਸੰਸਥਾਵਾਂ ਹਨ, ਕਿੰਨੇ ਹੀ ਆਪਣੇ ਆਪ ਤੋਂ ਹੀ ਬਣੇ ਹੋਏ ਸਾਧੂ ਹਨ ਜੋ ਆਪਣੇ ਆਪ ਨੂੰ ਉਸ ਪਰਮਾਤਮਾ ਦੇ ਭਗਤ ਸਮਝਦੇ ਹਨ, ਤੇ ਕਿੰਨਿਆਂ ਦੀਆਂ ਹੀ ਪੋਲਾਂ ਇਸ ਜਗਤ ਦੇ ਵਿੱਚ ਖੁੱਲ੍ਹੀਆਂ ਹਨ ਕਿ ਧਾਰਮਿਕ ਭੇਖ ਦੇ ਪਿੱਛੇ ਕਿੱਦਾਂ ਦੇ ਸ਼ੈਤਾਨ ਇਨਸਾਨ ਛੁਪੇ ਹੋਏ ਸਨ। ਅੰਤਰ ਅਗਨ ਬਾਹਰ ਤਨ ਸੁਆਹ। ਗਲ ਪਾਥਰ ਕੈਸੇ ਤਰੈ ਅਥਾ। ਮਨ ਦੇ ਵਿੱਚ ਤ੍ਰਿਸ਼ਨਾ ਦੀ ਅੱਗ ਹੈ ਤੇ ਬਾਹਰ ਸਰੀਰ ਸੁਆਹ ਦੇ ਨਾਲ ਲਵੇੜਿਆ ਹੋਇਆ ਹੈ, ਲੋਕਾਂ ਨੂੰ ਦਿਖਾਉਣ ਦੇ ਲਈ ਕਿ ਅਸੀਂ ਤਪ ਕਰ ਰਹੇ ਹਾਂ। ਜਦੋਂ ਗਲੇ ਦੇ ਵਿੱਚ ਵਿਕਾਰਾਂ ਦੇ ਪੱਥਰ ਹੋਣ ਤਾਂ ਇਸ ਅਥਾਹ ਸੰਸਾਰ ਸਮੁੰਦਰ ਨੂੰ ਕਿਵੇਂ ਤਰੇ। ਜਾਕੈ ਅੰਤਰ ਵਸੈ ਪ੍ਰਭ ਆਪ। ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰਮਾਤਮਾ ਖੁਦ ਆ ਵਸਦਾ ਹੈ, ਹੇ ਨਾਨਕ, ਨਾਨਕ ਤੇ ਜਨ ਸਹਿਜ ਸਮਾਤ। ਉਹ ਮਨੁੱਖ ਅਡੋਲ ਅਵਸਥਾ ਦੇ ਵਿੱਚ ਟਿਕੇ ਰਹਿੰਦੇ ਹਨ। ਸੁਨ ਅੰਧਾ ਕੈਸੇ ਮਾਰਗ ਪਾਵੈ। ਕਰ ਗਹਿ ਲਿਹੋ ਓੜ ਨਿਭਾਵੈ। ਜੇਕਰ ਕੋਈ ਮਨੁੱਖ ਅੰਨਾ ਹੋਵੇ ਤੇ ਅਸੀਂ ਉਹਨੂੰ ਬੋਲ ਕੇ ਰਸਤਾ ਦੱਸਣ ਦੀ ਕੋਸ਼ਿਸ਼ ਕਰੀਏ ਤਾਂ ਨਿਰਾ ਸੁਣ ਕੇ ਉਹ ਰਾਹ ਕਿਵੇਂ ਲੱਭ ਲਏ। ਉਹ ਕੋਸ਼ਿਸ਼ ਕਰ ਸਕਦਾ ਹੈ, ਪਰ ਬੜਾ ਮੁਸ਼ਕਿਲ ਹੈ ਕਿ ਨਿਰਾ ਸੁਣ ਕੇ ਉਹ ਰਾਹ ਲੱਭ ਲਏ। ਤਾਂ ਅਜਿਹੀ ਹਾਲਤ ਦੇ ਵਿੱਚ ਹੇ ਪਰਮਾਤਮਾ, ਤੁਸੀਂ ਖੁਦ ਹੀ ਉਸ ਦਾ ਹੱਥ ਫੜ ਲਵੋ ਤਾਂ ਕਿ ਉਹ ਅਖੀਰ ਤੱਕ ਪ੍ਰੀਤ ਨਿਭਾ ਸਕੇ। ਕਹਾਂ ਬੁਝਾਰਤ ਬੂਝੈ ਡੋਰਾ। ਨਿਸ ਕਹੀਐ ਤਉ ਸਮਝੈ ਭੋਰਾ। ਡੋਰਾ ਤੋਂ ਭਾਵ ਬੋਲਾ, ਜਿਸ ਨੂੰ ਸੁਣਾਈ ਨਾ ਦਿੰਦਾ ਹੋਵੇ। ਨਿਸ ਤੋਂ ਭਾਵ ਰਾਤ ਅਤੇ ਭੋਰਾ ਤੋਂ ਭਾਵ ਦਿਨ। ਕਿ ਜੇਕਰ ਕਿਸੇ ਬੋਲੇ ਮਨੁੱਖ ਨੂੰ ਅਸੀਂ ਸੈਨਤ ਦੇ ਨਾਲ, ਇਸ਼ਾਰਿਆਂ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰੀਏ ਤਾਂ ਗੁਰੂ ਜੀ ਕਹਿੰਦੇ ਕਿ ਕਹਾਂ ਬੁਝਾਰਤ ਬੂਝੈ ਡੋਰਾ। ਕਿ ਉਹ ਬੋਲਾ ਮਨੁੱਖ ਨਿਰੀ ਸੈਨਤ ਨੂੰ ਕੀ ਸਮਝੇ। ਨਿਸ ਕਹੀਏ ਤਾਂ ਸਮਝੈ ਭੋਰਾ। ਜੇਕਰ ਉਹਨੂੰ ਇਸ਼ਾਰੇ ਦੇ ਨਾਲ ਅਸੀਂ ਸਮਝਾਈਏ ਕਿ ਇਹ ਰਾਤ ਹੈ ਤਾਂ ਉਹ ਦਿਨ ਸਮਝ ਲੈਂਦਾ ਹੈ। ਕਹਾਂ ਵਿਸ਼ਨ ਪਦ ਗਾਵੈ ਗੁੰਗ। ਜਤਨ ਕਰੈ ਤਉ ਭੀ ਸੁਰ ਭੰਗ। ਗੂੰਗਾ ਕਿਵੇਂ ਵਿਸ਼ਨ ਪਦੇ ਗਾ ਸਕੇ। ਕਈ ਯਤਨ ਵੀ ਕਰੇ ਤਾਂ ਵੀ ਉਸ ਦੀ ਸੁਰ ਟੁੱਟੀ ਰਹਿੰਦੀ ਹੈ। ਕਹਿ ਪਿੰਗੁਲ ਪਰਬਤ ਪਰ ਭਵਨ। ਨਹੀਂ ਹੋਤ ਊਹਾ ਉਸ ਗਵਨ। ਜੋ ਪਿੰਗੁਲਾ ਹੈ, ਲੂਲਾ ਹੈ, ਉਹ ਕਿੱਥੇ ਪਹਾੜਾਂ ਤੇ ਪਹੁੰਚ ਸਕਦਾ ਹੈ, ਉੱਥੇ ਉਸ ਦੀ ਪਹੁੰਚ ਨਹੀਂ ਹੋ ਸਕਦੀ। ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ। ਨਾਨਕ ਤੁਮਰੀ ਕਿਰਪਾ ਤਰੈ। ਹੇ ਨਾਨਕ, ਇਸ ਹਾਲਤ ਦੇ ਵਿੱਚ ਕੇਵਲ ਅਰਦਾਸ ਕਰ ਤੇ ਆਖ ਕੇ ਹੇ ਕਰਤਾਰ, ਹੇ ਦਇਆ ਦੇ ਸਾਗਰ। ਇਹ ਨਿਮਾਣਾ ਦਾਸ ਬੇਨਤੀ ਕਰਦਾ ਹੈ ਕਿ ਜਦੋਂ ਮਨੁੱਖ ਅੰਨਾ, ਬੋਲਾ, ਗੂੰਗਾ ਜਾਂ ਲੂਲਾ ਹੋਵੇ ਤਾਂ ਤੇਰੀ ਮਿਹਰ ਦੇ ਨਾਲ ਹੀ ਤਰ ਸਕਦਾ ਹੈ। ਤੇਰੀ ਮਿਹਰ ਹੋਵੇ ਤੇ ਅੰਨੇ ਨੂੰ ਰਸਤਾ ਦਿਸ ਪੈਂਦਾ ਹੈ, ਬੋਲੇ ਨੂੰ ਗੱਲ ਸਮਝ ਦੇ ਵਿੱਚ ਆ ਜਾਂਦੀ ਹੈ, ਗੂੰਗਾ ਆਪਣੀ ਗੱਲ ਸਮਝਾ ਪਾਉਂਦਾ ਹੈ ਤੇ ਲੂਲੇ ਨੂੰ ਤਾਕਤ ਮਿਲ ਜਾਂਦੀ ਹੈ। ਸੰਗ ਸਹਾਈ ਸੋ ਆਵੈ ਨਾ ਚੀਤ। ਜੋ ਬੈਰਾਈ ਤਾਸਿਓ ਪ੍ਰੀਤ। ਜਿਹੜਾ ਪ੍ਰਮਾਤਮਾ ਸਦਾ ਸਾਡੇ ਅੰਗ ਸੰਗ ਸਾਡਾ ਸਾਥੀ ਹੈ, ਸਾਡਾ ਸਹਾਇਕ ਹੈ, ਉਸ ਨੂੰ ਅਸੀਂ ਚੇਤੇ ਨਹੀਂ ਕਰਦੇ। ਤੇ ਜੋ ਸਾਡੇ ਵੈਰੀ ਹਨ, ਭਾਵ ਕਿ ਮਾਇਆ
ਉਹਦੇ ਨਾਲ ਸਾਡਾ ਪ੍ਰੇਮ ਹੈ, ਉਹਦੇ ਨਾਲ ਸਾਡੀ ਪ੍ਰੀਤ ਹੈ। ਬਲੂਆ ਕੇ ਗ੍ਰਹਿ ਭੀਤਰ ਬਸੈ, ਬਲੂਆ ਤੋਂ ਭਾਵ ਰੇਤ। ਜੋ ਮਨੁੱਖ ਦੀ ਇਹ ਜਿੰਦ ਹੈ ਰੇਤ ਦੇ ਘਰ ਵਿੱਚ ਰਹਿ ਰਹੀ ਹੈ, ਭਾਵ ਕਿ ਇਹ ਸਰੀਰ ਨਾਸਵੰਤ ਹੈ, ਇਹਨੇ ਇੱਕ ਦਿਨ ਖਿੰਡ ਜਾਣਾ ਹੈ ਰੇਤ ਦੇ ਘਰ ਦੇ ਵਾਂਗ। ਪਰ ਮਨੁੱਖ ਇਸ ਗੱਲ ਨੂੰ ਚੇਤੇ ਨਹੀਂ ਰੱਖਦਾ। ਅਨੰਦ ਕੇਲ ਮਾਇਆ ਸੰਗ ਰਸੈ, ਮਾਇਆ ਦੀ ਮਸਤੀ ਵਿੱਚ ਆਨੰਦ ਤੇ ਮੌਜਾਂ ਮਾਣ ਰਿਹਾ ਹੈ। ਦ੍ਰਿੜ ਕਰ ਮਾਨੈ ਮਨੈ ਪ੍ਰਤੀਤ, ਆਪਣੇ ਮਨ ਦੇ ਵਿੱਚ ਇਸ ਗੱਲ ਦਾ ਯਕੀਨ ਬਣਾਈ ਬੈਠਾ ਹੈ ਕਿ ਮੈਂ ਤੇ ਅਮਰ ਹਾਂ। ਇੱਦਾਂ ਬਿਹੇਵ ਕਰਦਾ ਹੈ, ਇੱਦਾਂ ਵਰਤਾਓ ਕਰਦਾ ਹੈ ਜਿਵੇਂ ਉਹਨੇ ਇਸ ਜਗਤ ਨੂੰ ਕਦੇ ਛੱਡ ਕੇ ਹੀ ਨਹੀਂ ਜਾਣਾ। ਕਾਲ ਨਾ ਆਵੈ ਮੂੜੇ ਚੀਤ, ਇਸ ਮੂਰਖ ਨੂੰ ਕਾਲ ਚੇਤੇ ਨਹੀਂ ਆਉਂਦਾ, ਮੌਤ ਚੇਤੇ ਨਹੀਂ ਆਉਂਦੀ। ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾ ਲੋਭ ਧਰੋਹ, ਇਹ ਸਾਰੇ ਹੀ ਜੋ ਵਿਕਾਰ ਗੁਰੂ ਜੀ ਨੇ ਗਿਣੇ ਹਨ। ਇਆਹੂ ਜੁਗਤ ਬਿਹਾਨੇ ਕਈ ਜਨਮ, ਇਸ ਰਾਹੇ ਪੈ ਕੇ ਹੀ ਮਨੁੱਖ ਨੇ ਕਈ ਜਨਮ ਗੁਜ਼ਾਰ ਲਏ ਹਨ। ਨਾਨਕ ਰਾਖ ਲਿਹੋ ਆਪਨ ਕਰ ਕਰਮ, ਹੇ ਨਾਨਕ ਇਸ ਵਿਚਾਰੇ ਜੀਵ ਦੇ ਵਾਸਤੇ ਉਸ ਪ੍ਰਮਾਤਮਾ ਦੇ ਅੱਗੇ ਅਰਦਾਸ ਕਰ ਕਿ ਹੇ ਪ੍ਰਮਾਤਮਾ ਤੂੰ ਖੁਦ ਹੀ ਆਪਣੀ ਮਿਹਰ ਕਰਕੇ ਇਹਨੂੰ ਇਸ ਕੁਰਾਹੇ ਪੈਣ ਤੋਂ ਬਚਾ ਲਵੋ। ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ। ਹੇ ਪ੍ਰਮਾਤਮਾ ਤੂੰ ਮਾਲਕ ਹੈ ਤੇ ਸਾਡੀ ਤੇਰੇ ਅੱਗੇ ਅਰਦਾਸ ਹੈ। ਇਹ ਜਿੰਦ ਤੇ ਇਹ ਸਰੀਰ ਸਾਨੂੰ ਤੂੰ ਹੀ ਦਿੱਤਾ ਹੈ, ਇਹ ਸਭ ਤੇਰੀਆਂ ਹੀ ਬਖਸ਼ਿਸ਼ਾਂ ਹਨ। ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੂੰ ਹੀ ਸਾਡਾ ਮਾਂ ਪਿਓ ਹੈ ਤੇ ਅਸੀਂ ਤੇਰੇ ਬੱਚੇ ਹਾਂ। ਤੁਮਰੀ ਕਿਰਪਾ ਮਹਿ ਸੂਖ ਕਨੇਰੇ, ਤੇਰੀ ਮਿਹਰ ਦੀ ਨਜ਼ਰ ਵਿੱਚ ਬੇਅੰਤ ਸੁੱਖ ਹਨ। ਜਿਸ ਪ੍ਰਕਾਰ ਮਾਂ ਪਿਓ ਆਪਣੇ ਬੱਚੇ ਨੂੰ ਹਰ ਸੁੱਖ ਦਿੰਦੇ ਨੇ ਜਾਂ ਦੇਣ ਦੀ ਕੋਸ਼ਿਸ਼ ਕਰਦੇ ਨੇ, ਉਸ ਪ੍ਰਕਾਰ ਹੀ ਉਸ ਪਰਮਾਤਮਾ ਨੇ ਸਾਨੂੰ ਬਹੁਤ ਸਾਰੇ ਸੁੱਖ ਦਿੱਤੇ ਹੋਏ ਨੇ, ਬੇਅੰਤ ਸੁੱਖ ਦਿੱਤੇ ਹੋਏ ਨੇ। ਕੋਈ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ। ਹੇ ਪ੍ਰਮਾਤਮਾ ਤੇਰਾ ਅੰਤ ਕੋਈ ਨਹੀਂ ਪਾ ਸਕਿਆ, ਤੂੰ ਸਭ ਤੋਂ ਉੱਚਾ ਭਗਵਾਨ ਹੈ। ਸਗਲ ਸਮੱਗਰੀ ਤੁਮਰੈ ਸੂਤਰ ਧਾਰੀ, ਸੂਤਰ ਧਾਰੀ ਤੋਂ ਭਾਵ ਕਿ ਤੇਰੇ ਹੁਕਮ ਦੇ ਵਿੱਚ ਟਿਕੀ ਹੋਈ ਹੈ। ਸਾਰੇ ਹੀ ਪਦਾਰਥ ਤੇਰੇ ਹੁਕਮ ਵਿੱਚ ਟਿਕੇ ਹੋਏ ਨੇ। ਤੁਮ ਤੇ ਹੋਏ ਸੋ ਆਗਿਆਕਾਰੀ, ਇਹ ਸ੍ਰਿਸ਼ਟੀ ਜੋ ਤੂੰ ਰਚੀ ਹੈ ਇਹ ਤੇਰੀ ਆਗਿਆ ਦੇ ਵਿੱਚ ਹੀ ਤੁਰ ਰਹੀ ਹੈ। ਤੁਮਰੀ ਗਤਮਿਤ ਤੁਮ ਹੀ ਜਾਣੀ, ਨਾਨਕ ਦਾਸ ਸਦਾ ਕੁਰਬਾਨੀ। ਤੂੰ ਕਿਉਂ ਜਿਹਾ ਹੈ, ਕਿੱਡਾ ਵੱਡਾ ਹੈ, ਇਹ ਤੂੰ ਆਪ ਹੀ ਜਾਣਦਾ ਹੈ। ਅਸੀਂ ਜੀਵ ਤਾਂ ਸਿਰਫ ਅੰਦਾਜ਼ੇ ਲਗਾ ਸਕਦੇ ਹਾਂ, ਪਰ ਕਿਉਂਕਿ ਸਾਨੂੰ ਪਤਾ ਹੈ ਕਿ ਤੂੰ ਬਹੁਤ ਵਿਸ਼ਾਲ ਹੈ, ਬਹੁਤ ਤਾਕਤਵਰ ਹੈ, ਹੇ ਨਾਨਕ ਇਸ ਲਈ ਇਹ ਆਖ ਕਿ ਤੇਰਾ ਇਹ ਸੇਵਕ ਤੇਰੇ ਤੋਂ ਕੁਰਬਾਨ ਜਾਂਦਾ ਹੈ, ਸਦਕੇ ਜਾਂਦਾ ਹੈ। ਅੱਜ ਦੀ ਅਸ਼ਟਪਦੀ ਦੇ ਵਿੱਚ ਮਨੁੱਖ ਦੀ ਅਹਿਸਾਨ ਫਰਾਮੋਸ਼ੀ ਦੀ ਗੱਲ ਹੋਈ ਹੈ ਕਿ ਕਿਸ ਪ੍ਰਕਾਰ ਜਿਸ ਪਰਮਾਤਮਾ ਨੇ ਇਹਨੂੰ ਸਭ ਕੁਝ ਬਖਸ਼ਿਆ ਹੈ, ਜਿਹੜਾ ਇਹਦੀ ਪਲ ਪਲ ਰੱਖਿਆ ਕਰਦਾ ਹੈ, ਉਹਨੂੰ ਵਿਸਾਰ ਕੇ ਉਸ ਪਰਮਾਤਮਾ ਦੇ ਬਣਾਏ ਹੋਏ ਪਦਾਰਥਾਂ ਦੇ ਨਾਲ ਇਹ ਆਪਣੀ ਪ੍ਰੀਤ ਜੋੜੀ ਬੈਠਾ ਹੈ। ਜਿਸ ਨੇ ਸਭ ਕੁਝ ਦਿੱਤਾ ਹੈ ਉਹਦੇ ਨਾਲ ਪ੍ਰੀਤ ਨਹੀਂ, ਜੋ ਦਿੱਤਾ ਹੈ ਉਹਦੇ ਨਾਲ ਪ੍ਰੀਤ ਜੋੜੀ ਹੋਈ ਹੈ। ਪਰਮਾਤਮਾ ਦੇ ਨਾਮ ਰੂਪੀ ਰਤਨ ਨੂੰ ਛੱਡ ਕੇ ਮਾਇਆ ਰੂਪ ਕੌਡੀਆਂ ਦੇ ਵਿੱਚ ਪਰਚਿਆ ਹੋਇਆ ਹੈ। ਆਪਣੇ ਆਪ ਨੂੰ ਅਮਰ ਸਮਝਦਾ ਹੈ, ਜਿਵੇਂ ਕਿ ਉਹਨੇ ਇਸ ਜਗਤ ਨੂੰ ਕਦੇ ਛੱਡ ਕੇ ਹੀ ਨਹੀਂ ਜਾਣਾ। ਤੇ ਇਸ ਖਿਆਲ ਦੇ ਵਿੱਚ ਜਾਂ ਇਹ ਕਹੀਏ ਕਿ ਇਸ ਬਦਖਿਆਲੀ ਦੇ ਵਿੱਚ ਆ ਕੇ ਅਨੇਕਾਂ ਵਿਕਾਰ ਪਾਲ ਰੱਖੇ ਨੇ। ਪਰ ਜੇਕਰ ਉਸ ਪਰਮਾਤਮਾ ਦੀ ਮਿਹਰ ਹੋਵੇ ਤੇ ਵਿਕਾਰਾਂ ਦੇ ਇਸ ਅੰਨੇ ਖੂਹ ਦੇ ਵਿੱਚੋਂ ਉਹ ਪਰਮਾਤਮਾ ਸਾਨੂੰ ਆਪਣਾ ਹੱਥ ਦੇ ਕੇ ਕੱਢ ਸਕਦਾ ਹੈ। ਆਓ ਉਸ ਪਰਮਾਤਮਾ ਅੱਗੇ ਅਰਦਾਸ ਕਰੀਏ ਕਿ ਹੇ ਪਰਮਾਤਮਾ ਸਾਨੂੰ ਵਿਕਾਰਾਂ ਦੇ ਵਿੱਚ ਡੁੱਬੇ ਹੋਇਆਂ ਨੂੰ ਇਸ ਵਿਕਾਰਾਂ ਦੇ ਅੰਨੇ ਖੂਹ ਦੇ ਵਿੱਚੋਂ ਕੱਢ ਲੈ। ਤੁਮ ਮਾਤ ਪਿਤਾ ਹਮ ਬਾਰਕ ਤੇਰੇ,
ਤੂੰ ਹੀ ਸਾਡਾ ਮਾਂ ਪਿਓ ਹੈ, ਅਸੀਂ ਤੇਰੇ ਬੱਚੇ ਹਾਂ, ਸਾਨੂੰ ਬਖਸ਼ ਲੈ। ਇਸੇ ਅਰਦਾਸ ਬੇਨਤੀ ਦੇ ਨਾਲ ਹੀ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।